Hello dear students, welcome to the new video clip, new chapter, new topic, that is carbons and its compounds. Organic chemistry ਦਾ ਇਹ most important chapter ਹੈ ਜਿਹਦਾ ਨਾਮ ਹੈ carbon and its compounds। ਇਹ ਚੈਪਟਰ ਇੱਕ ਆਧਾਰ ਬਣ ਜਾਂਦਾ ਹੈ, ਬੇਸਿਸ ਬਣ ਜਾਂਦਾ ਹੈ for +1 +2 ਕਲਾਸ। ਜਿਹੜੇ ਬੱਚੇ ਤੁਹਾਡੇ ਚੋਂ ਸਾਇੰਸ ਦੇ ਨਾਲ ਜੁੜਨਗੇ ਆਫਟਰ 10th ਕਲਾਸ ਉਹਨਾਂ ਦੇ ਲਈ ਇਹ ਚੈਪਟਰ ਇੱਕ ਟੌਨਿਕ ਤੋਂ ਘੱਟ ਹੈ ਨਹੀਂ। ਤਾਂ ਮੈਂ ਇਸ ਚੈਪਟਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਦੱਸੂੰਗਾ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਨੇ, ਔਰ ਕੁਝ ਇਹੋ ਜਿਹੀਆਂ ਗੱਲਾਂ ਵੀ ਦੱਸੂੰਗਾ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਹੈ ਨਹੀਂ। ਪਰ ਉਹ ਗੱਲਾਂ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ ਉਹ ਇੱਕੋ ਦਮ ਨਹੀਂ ਸਟਾਰਟ ਕੀਤੀਆਂ ਜਾ ਸਕਦੀਆਂ, ਵਿੱਚ ਸਪਲੀਮੈਂਟ ਦੇ ਰੂਪ 'ਚ ਉਹ ਦਿੱਤੀਆਂ ਜਾਣਗੀਆਂ। ਸਿਲੇਬਸ ਨਾਲ ਕੰਸਰਨਡ ਅਸੀਂ ਗੱਲਾਂ ਕਰਾਂਗੇ, ਪਰ ਅਸੀਂ ਇਹਦੇ 'ਚ ਇੰਟਰਸਟ ਜਨਰੇਟ ਕਰਨ ਦੇ ਵਾਸਤੇ ਇੱਕ ਦੋ ਐਗਜ਼ਾਮਪਲਸ ਦੀ ਵੀ ਗੱਲਬਾਤ ਕਰਾਂਗੇ। ਤਾਂ ਚੈਪਟਰ ਦਾ ਜਿਵੇਂ ਨਾਮ ਕਾਰਬਨ ਐਂਡ ਇਟਸ ਕੰਪਾਊਂਡਸ ਨੇ, ਤਾਂ ਕਾਰਬਨ ਖੁਦ ਇੱਕ ਐਲੀਮੈਂਟ ਹੈ। ਹੁਣ ਕਾਰਬਨ ਸਾਡੇ ਟੋਟਲ ਐਲੀਮੈਂਟ ਜੇ 118 ਮੰਨੀਏ, ਉਹਨਾਂ 'ਚੋਂ ਇੱਕ ਐਲੀਮੈਂਟ ਕਾਰਬਨ ਲੈ ਲਿਆ, ਇਹ ਮੋਸਟ ਇੰਪੋਰਟੈਂਟ ਐਲੀਮੈਂਟਾਂ 'ਚੋਂ ਆਉਂਦਾ ਅਤੇ ਆਪਣੀ ਲਾਈਫ ਇਸ ਐਲੀਮੈਂਟ ਦੇ ਨਾਲ ਕਾਫੀ ਜ਼ਿਆਦਾ ਜੁੜਦੀ ਆ। ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ 'ਚ ਕਾਰਬਨ ਇਨਵੋਲਵ ਹੋ ਰਿਹਾ, ਤਾਂ ਉਹ ਕਿਹੜੀਆਂ ਚੀਜ਼ਾਂ ਨੇ? ਹੁਣ ਕਾਰਬਨ ਐਲੀਮੈਂਟ ਦੇ ਰੂਪ 'ਚ ਤਾਂ ਹੈ ਹੀ ਹੈ, ਇਹਦੇ ਕੰਪਾਊਂਡਸ ਕਿਹੜੇ ਨੇ ਔਰ ਉਹ ਸਾਡੀ ਲਾਈਫ ਦੇ ਵਿੱਚ ਕਿਵੇਂ ਪਾਰਟੀਸਪੇਟ ਕਰਦੇ ਨੇ, ਆਪਾਂ ਪਹਿਲਾਂ ਉਹਨਾਂ ਦੀ ਮਾੜੀ ਜਿਹੀ ਗੱਲ ਕਰ ਲਈਏ। ਹੁਣ ਸਭ ਤੋਂ ਪਹਿਲਾਂ ਇਹ ਕਹੀਏ ਵੀ ਜਿੰਨੇ ਵੀ ਆਪਣਾ ਲਿਵਿੰਗ ਸਿਸਟਮ ਹੈ ਜਿਹਦੇ 'ਚ ਹਿਊਮਨਸ ਆ ਜਾਂਦੇ ਨੇ, ਐਨੀਮਲਸ ਆ ਜਾਂਦੇ ਨੇ, ਪਲਾਂਟਸ ਆ ਜਾਂਦੇ ਨੇ, ਬਰਡਸ ਆ ਜਾਂਦੇ ਨੇ, ਇਹ ਸਭ ਕੁਛ ਇਹ ਸਾਰਿਆਂ ਦਾ ਬੁਨਿਆਦ ਕਾਰਬਨ ਤੋਂ ਹੈ। ਜਦੋਂ ਕੋਈ ਮਰ ਜਾਂਦਾ ਕਹਿ ਦਿੰਦੇ ਨੇ ਜੀ ਇਹ ਮਿੱਟੀ ਹੋ ਗਿਆ, ਉਹਦਾ ਕ੍ਰੀਮੇਸ਼ਨ ਕਰ ਦਿੰਦੇ ਨੇ, ਉਹਦੇ ਵਿੱਚੋਂ ਸਵਾਹ ਨਿਕਲਦੀ ਹੈ, ਪੰਜਾਬੀ 'ਚ ਆਪਾਂ ਉਹਨੂੰ ਸਵਾਹ ਕਹਿ ਦਿੰਦੇ, ਅਤੇ ਉਹ ਕਾਰਬਨ ਦਾ ਹੀ ਇੱਕ ਰੂਪ ਹੈ, ਉਹ ਕਾਰਬਨ ਦੀ ਇੱਕ ਫਾਰਮ ਹੈ। ਸਾਡੀ ਬਾਡੀ ਦੇ ਵਿੱਚ ਕਾਰਬਨ ਹੈ। ਜਿਹੜੀ ਚੀਜ਼ ਜਲ ਸਕਦੀ ਹੈ, ਮੱਚਦੀ ਹੈ, ਉਹਦੇ ਵਿੱਚ ਜ਼ਿਆਦਾਤਰ ਕਾਰਬਨ ਦਾ ਕੰਟੈਂਟ ਹੁੰਦਾ। ਹੁਣ ਆਪਣੀ ਲਾਈਫ ਦੇ ਵਿੱਚ ਅੱਜ ਕੱਲ੍ਹ ਜੇ ਦੇਖੀਏ ਤਾਂ ਪੈਟਰੋਲ ਤੋਂ, ਕੈਰੋਸੀਨ ਆਇਲ ਤੋਂ, ਡੀਜ਼ਲ ਤੋਂ ਬਿਨਾਂ ਆਪਣੀ ਲਾਈਫ ਜਿਹੜੀ ਹੈ ਪੋਸੀਬਲ ਲੱਗਦੀ ਨਹੀਂ। ਅੱਜ ਕੱਲ੍ਹ ਇੱਕ ਹੋਰ ਆ ਗਿਆ CNG ਆ ਗਿਆ, ਕੰਪਰੈਸਡ ਨੈਚੁਰਲ ਗੈਸ, LPG ਲਿਕੁਇਡ ਪੈਟਰੋਲੀਅਮ ਗੈਸ, ਕੈਰੋਸੀਨ ਆਇਲ ਮਿੱਟੀ ਦਾ ਤੇਲ, ਡੀਜ਼ਲ ਪੈਟਰੋਲ, ਕੈਂਡਲਸ, ਵੈਕਸ, ਇਹ ਸਾਰੀਆਂ ਜਿਹੜੀਆਂ ਨੇ ਇਹ ਕਾਰਬਨ ਦੇ ਹੀ ਬਣਾਏ ਹੋਏ ਕੰਪਾਊਂਡਸ ਨੇ ਜਿਨ੍ਹਾਂ ਦੀ ਡਿਸਕਸ਼ਨ ਆਪਾਂ ਇਸ ਚੈਪਟਰ ਦੇ ਵਿੱਚ ਕਰਾਂਗੇ। ਇਹਦੇ ਵਿੱਚ IUPAC ਸਿਸਟਮ ਚੱਲੂਗਾ, ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ ਦੀ ਗੱਲਬਾਤ ਕੀਤੀ ਜਾਊਗੀ। ਉਹ ਕੁਛ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ +1 ਦੀ ਕੈਮਿਸਟਰੀ ਦਾ ਬੇਸਿਸ ਬਣ ਜਾਂਦੀਆਂ ਨੇ। ਤਾਂ ਇਹ ਚੈਪਟਰ ਨੂੰ ਤੁਸੀਂ ਸਿਲੇਬਸ ਨੂੰ ਖ਼ਤਮ ਕਰਨ ਵਾਸਤੇ ਨਹੀਂ ਕਰਨਾ, ਇਸ ਚੈਪਟਰ ਨੂੰ ਤੁਸੀਂ ਨੇ ਆਏ ਸਮਝਣਾ ਹੈ ਵੀ ਸਾਨੂੰ ਅੱਗੇ ਇਸ ਚੈਪਟਰ ਦੀ ਬਹੁਤ ਜ਼ਿਆਦਾ ਲੋੜ ਪਊਗੀ। ਤਾਂ ਮੈਂ ਇਹ ਗੱਲ ਕਹਿ ਕੇ ਹੁਣ ਇਸ ਚੈਪਟਰ ਨੂੰ ਸ਼ੁਰੂ ਕਰਦਾ। ਚੈਪਟਰ ਦਾ ਨਾਮ ਹੈ ਕਾਰਬਨ ਐਂਡ ਇਟਸ ਕੰਪਾਊਂਡਸ। ਕਾਰਬਨ ਖੁਦ ਐਲੀਮੈਂਟ ਹੈ, ਇਹਦੇ ਕਿਹੋ ਜਿਹੇ ਕੰਪਾਊਂਡਸ ਨੇ, ਇਹਨਾਂ ਨਾਲ ਰਿਲੇਟਡ ਸਾਨੂੰ ਕੀ ਕੁਛ ਦੱਸਿਆ ਜਾਊਗਾ, ਉਹਦੀ ਡਿਸਕਸ਼ਨ ਅੱਜ ਦੇ ਛੋਟੇ ਜਿਹੇ ਇਸ ਵੀਡੀਓ ਕਲਿੱਪ ਦੇ ਵਿੱਚ ਮੈਂ ਤੁਹਾਨੂੰ ਕਾਰਬਨ ਦਾ ਅਟੋਮਿਕ ਨੰਬਰ ਦੱਸ ਕੇ, ਉਹਦੀ ਕਨਫੀਗਰੇਸ਼ਨ ਦੱਸ ਕੇ ਇਹ ਦੱਸੂਗਾ ਵੀ ਇਹ ਕਿਹਦੇ ਨਾਲ ਕਿਵੇਂ ਬੌਂਡ ਬਣਾਉਂਦਾ, ਕੋਵਲੈਂਟ ਬੌਂਡ ਬਣਾਉਂਦਾ ਕਿ ਆਇਨਿਕ ਬੌਂਡ ਬਣਾਉਂਦਾ, ਇਲੈਕਟ੍ਰੋਨਾਂ ਨੂੰ ਸ਼ੇਅਰ ਕਰਦਾ ਕਿ ਇਲੈਕਟ੍ਰੋਨਾਂ ਨੂੰ ਟਰਾਂਸਫਰ ਕਰਦਾ, ਸਿੰਗਲ ਬੌਂਡ ਕਿਹੋ ਜਿਹਾ ਬਣਦਾ, ਡਬਲ ਬੌਂਡ ਕਿਹੋ ਜਿਹਾ ਹੁੰਦਾ, ਟ੍ਰਿਪਲ ਬੌਂਡ ਕਿਹੋ ਜਿਹਾ ਹੁੰਦਾ। ਤਾਂ ਇਹ ਸਾਰਿਆਂ ਨਾਲ ਡਿਸਕਸ਼ਨ ਜਿਹੜੀ ਅੱਜ ਦੇ ਇਸ ਵੀਡੀਓ ਕਲਿੱਪ ਵਿੱਚ ਆਪਾਂ ਕਰਾਂਗੇ। ਤੁਸੀਂ ਸਿਰਫ ਇਹਨੂੰ ਸੁਣਦੇ ਜਾਣਾ। ਜਦੋਂ ਸਾਰਾ ਵੀਡੀਓ ਕਲਿੱਪ ਤੁਸੀਂ ਨੇ ਚੰਗੀ ਤਰ੍ਹਾਂ ਸਮਝ ਲਿਆ, ਸੁਣ ਲਿਆ, ਇਹਦੇ ਵਿੱਚੋਂ ਤੁਹਾਨੂੰ ਡਾਊਟਸ ਕ੍ਰੀਏਟ ਹੋਣਗੇ, ਤੁਹਾਡੇ ਦਿਮਾਗ 'ਚ ਕੁਐਸਚਨਸ ਜਨਰੇਟ ਹੋਣਗੇ। ਉਹਨਾਂ ਕੁਐਸਚਨਾਂ ਦਾ ਜਿਹੜਾ ਸਲਿਊਸ਼ਨ ਹੈ ਆਪਾਂ ਇੱਕ ਜ਼ੂਮ ਮੀਟਿੰਗ ਜਿਹੜੀ ਹੈ ਉਹ ਸ਼ਡਿਊਲ ਕਰਾਂਗੇ। ਉਸ ਜ਼ੂਮ ਮੀਟਿੰਗ ਦੇ ਵਿੱਚ ਆਪਾਂ ਤੁਹਾਡੇ ਸਾਰੇ ਕੁਐਸਚਨਾਂ ਦੇ ਡਾਊਟਸ ਹੀ ਦੱਸਣੇ ਨੇ, ਔਰ ਉਹ ਕੁਐਸਚਨ ਅੱਜ ਦੇ ਇਸ ਵੀਡੀਓ ਕਲਿੱਪ ਦੇ ਨਾਲ ਰਿਲੇਟਡ ਹੋਣਗੇ। ਫਿਰ ਤੁਹਾਨੂੰ ਅਗਲਾ ਵੀਡੀਓ ਕਲਿੱਪ ਮਿਲੂਗਾ, ਫਿਰ ਉਹਦੇ ਨਾਲ ਰਿਲੇਟਡ ਇੱਕ ਨਵਾਂ ਜ਼ੂਮ ਮੀਟਿੰਗ ਸ਼ਡਿਊਲ ਕੀਤੀ ਜਾਊ। ਤਾਂ ਹਰ ਰੋਜ਼ ਆਪਾਂ ਨੇ ਇੱਕ ਲੈਕਚਰ ਨੂੰ ਅਟੈਂਡ ਕਰਕੇ ਉਹ ਜੋ ਜਿੰਨੇ ਵੀ ਤੁਹਾਡੇ ਡਾਊਟਸ ਨੇ ਉਹ ਸਾਰੇ ਦੇ ਸਾਰੇ ਜ਼ੂਮ ਦੇ ਉੱਤੇ ਆਪਾਂ ਕਲੀਅਰ ਕਰਾਂਗੇ। ਤਾਂ ਲੈਕਚਰ ਤੁਹਾਨੂੰ ਡਿਲੀਵਰੀ ਆਪਣੀ ਐਪ ਦੇ ਉੱਤੇ ਆਊਗੀ।
ਤੇ ਉਸ ਨੂੰ ਉਹਦੇ ਚੋਂ ਜਿਹੜੇ ਤੁਹਾਡੇ ਡਾਊਟਸ ਹੋਣਗੇ ਤੁਸੀਂ ਨੋਟ ਕਰਦੇ ਜਾਓ। ਪੌਜ਼ ਕਰ ਲਿਆ, ਨੋਟ ਕਰ ਲਿਆ ਵੀ ਇਹਦਾ ਕੀ ਮਤਲਬ ਆ, ਫਿਰ ਚਲਾ ਲਿਆ, ਪਲੇ ਕਰ ਲਿਆ, ਚੱਲੀ ਜਾਊਗਾ। ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਜੇ ਮੂਹਰਲਾ ਡਾਊਟ ਆ ਤੇ ਤੁਹਾਨੂੰ ਅਗਲੀ ਜਿਹੜੀ ਗੱਲ ਆ ਉਹ ਸਮਝ ਨਾ ਆਵੇ। ਇਹ ਪੋਸੀਬਲ ਹੁੰਦਾ ਨਹੀਂ। ਇਹ ਤੁਹਾਡੇ ਮਨ ਦਾ ਵਹਿਮ ਹੋਊਗਾ ਵੀ ਜੀ ਮੈਨੂੰ ਪਹਿਲਾਂ ਨਹੀਂ ਗੱਲ ਨਹੀਂ ਕਲੀਅਰ ਹੋਈ ਤਾਂ ਮੈਨੂੰ ਅਗਲੀ ਗੱਲ ਕਿਵੇਂ ਸਮਝ ਆਊ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਕੋਈ ਇੱਕ ਅੱਧਾ ਵਰਡ ਹੁੰਦਾ, ਮੇਰੇ ਪੂਰੇ ਲੈਕਚਰ 'ਚ ਕੋਈ ਇਹੋ ਜਿਹੀ ਚੀਜ਼ ਹੋਣੀ ਨਹੀਂ ਜਿਹੜੀ ਤੁਹਾਨੂੰ ਸਮਝ ਨਾ ਆਵੇ। ਇੰਨੀ ਸਿੰਪਲੈਸਟ ਵੇ ਨਾਲ ਮੈਂ ਤੁਹਾਨੂੰ ਲੈਕਚਰ ਨੂੰ ਸਮਝਾਉਣ ਜਾਊਂਗਾ ਵੀ ਤੁਹਾਨੂੰ ਕੱਲੀ ਗੱਲ ਸਮਝ 'ਚ ਆ ਜਾਊ। ਪਰ ਫਿਰ ਵੀ ਆਪਾਂ ਨੂੰ ਹੁੰਦਾ ਵੀ ਆਪਾਂ ਟੀਚਰ ਤੋਂ ਕੁਝ ਕੁਐਸਚਨਸ ਪੁੱਛੀਏ, ਉਹਦੇ ਨਾਲ ਸਾਨੂੰ ਹੋਰ ਜਿਹੜੀ ਜਾਣਕਾਰੀ ਮਿਲਦੀ ਆ ਉਹ ਜ਼ਰੂਰ ਪੁੱਛਿਓ ਤੁਸੀਂ। ਉਹ ਆਪਦੇ ਕੁਐਸਚਨ ਨੋਟ ਕਰ ਲਿਓ ਤੇ ਜਦੋਂ ਜ਼ੂਮ ਮੀਟਿੰਗ ਆਪਾਂ ਨੇ ਸ਼ਡਿਊਲ ਕੀਤੀ ਉਹਦੇ 'ਚ ਤੁਸੀਂ ਪੁੱਛ ਲਿਓ। ਤਾਂ ਸ਼ੁਰੂ ਕਰਦੇ ਆਪਾਂ ਆਪਣੇ ਟੌਪਿਕ ਨੂੰ। ਤਾਂ ਬੇਟੇ ਜਿਹੜਾ ਇਹ ਆਪਣਾ ਅੱਜ ਦਾ ਇਹ ਟੌਪਿਕ ਹੈ, ਚੈਪਟਰ ਦਾ ਨਾਮ ਹੈ ਕਾਰਬਨ ਐਂਡ ਇਟਸ ਕੰਪਾਊਂਡਸ। एलिमेंट खुद कार्बन है, एटॉमिक नंबर 6 है, कन्फिगरेशन 2-4 और ये कन्फिगरेशन तुसी ने 9th क्लास दे विच जिहड़ा चैप्टर आउंदा है स्ट्रक्चर ऑफ एटम दा ਉਹ ਤੁਹਾਨੂੰ ਸਿਖਾਈ ਜਾਂਦੀ ਹੈ 288 ਦੇ ਹਿਸਾਬ ਨਾਲ। ਪਹਿਲਾਂ K ਸ਼ੈਲ ਆਉਂਦਾ, ਫਿਰ L, ਫਿਰ M, ਫਿਰ N, ਉਹ ਦੱਸਿਆ ਜਾਂਦਾ। 10th ਕਲਾਸ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਕਨਫੀਗਰੇਸ਼ਨ ਦੇ ਨਾਲ ਵੀ ਇੰਟਰੋਡਿਊਸ ਕਰਾ ਦੂੰਗਾ ਜਿਹਦੀ ਲੋੜ ਫਿਰ ਆਪਾਂ ਨੂੰ +1 ਕਲਾਸ 'ਚ ਪਊਗੀ, ਜਿਹਦੇ 'ਚ 1s2 2s2 2p6 3s2 3p6 ਉਹ ਸਾਰਾ ਕੁਝ ਦੱਸਿਆ ਜਾਂਦਾ। ਪਰ ਫਿਲਹਾਲ ਆਪਾਂ ਨੂੰ ਉਹਦੀ ਲੋੜ ਨਹੀਂ ਹੈ। ਫਿਲਹਾਲ ਆਪਾਂ ਪਿਛਲੀ ਜਿਹੜੀ 9th ਕਲਾਸ 'ਚ ਇੱਕ ਕਿਹਾ ਹੋਇਆ ਕਨਫੀਗਰੇਸ਼ਨ ਹੈ ਉਹਦੇ ਨਾਲ ਆਪਣਾ ਕੰਮ ਚੱਲ ਸਕਦਾ। ਤਾਂ ਧਿਆਨ ਨਾਲ ਦੇਖੋ, ਕਾਰਬਨ ਦੇ ਕੋਲੇ 6 ਇਲੈਕਟ੍ਰੋਨ ਨੇ। ਕਨਫੀਗਰੇਸ਼ਨ ਜਿਹੜੀ ਆ 2:4 2,4 ਰੇਸ਼ੋ ਨਾਲ ਮੈਂ ਕਹਾ। ਪਹਿਲਾ ਸ਼ੈਲ ਹੈ ਜਿਹੜਾ ਸਾਡੇ ਕੋਲੇ K ਸ਼ੈਲ ਹੈ, ਉਹ 'ਚ 2 ਇਲੈਕਟ੍ਰੋਨ ਆ ਗਏ। ਜਿਹੜਾ L ਸ਼ੈਲ ਆ ਉਹਦੇ 'ਚ 4 ਇਲੈਕਟ੍ਰੋਨ। ਹੁਣ ਇਹ ਜਿਹੜਾ ਕਾਰਬਨ ਐਲੀਮੈਂਟ ਹੈ ਇਹ ਸਟੇਬਲ ਹੈ ਨਹੀਂ ਹੈ ਸੱਚ, ਕਿਉਂਕਿ ਇਹਦੇ ਜਿਹੜਾ ਬਾਹਰਲਾ ਸ਼ੈਲ ਆ ਉਹਦੇ 'ਚ 4 ਇਲੈਕਟ੍ਰੋਨ ਨੇ। ਕਿਹੜੇ ਐਲੀਮੈਂਟ ਬਹੁਤ ਜ਼ਿਆਦਾ ਸਟੇਬਲ ਹੁੰਦੇ ਨੇ ਉਹਨਾਂ ਦੀ ਨੇਚਰ ਆ ਵੀ ਜਿਹੜਾ ਉਹ ਐਲੀਮੈਂਟ ਹੋਊਗਾ ਉਹ ਜਿਹੜਾ ਆਊਟਰ ਮੋਸਟ ਸ਼ੈਲ ਹੋਊਗਾ ਉਹ 'ਚ ਜਾਂ ਤਾਂ 2 ਇਲੈਕਟ੍ਰੋਨ ਹੋਣ ਤੇ ਜਾਂ ਫਿਰ ਕਿੰਨੇ ਇਲੈਕਟ੍ਰੋਨ ਹੋਣ, 8 ਇਲੈਕਟ੍ਰੋਨ ਹੋਣ। 2 ਇਲੈਕਟ੍ਰੋਨਾਂ ਨੂੰ ਡੁਪਲੈਟ ਤੇ 8 ਇਲੈਕਟ੍ਰੋਨਾਂ ਨੂੰ ਆਕਟੇਟ ਕਿਹਾ ਜਾਂਦਾ। ਜੇ ਸਾਡੇ ਕੋਲੇ 2 ਇਲੈਕਟ੍ਰੋਨ ਹੋਣ, 2 ਇਲੈਕਟ੍ਰੋਨ ਤਾਂ ਇਹਨੂੰ ਡੁਪਲੇਟ ਕਹਿੰਦੇ ਆ। ਜੇ 8 ਇਲੈਕਟ੍ਰੋਨ ਹੋਣ ਤਾਂ ਇਹਨੂੰ ਆਕਟੇਟ ਕਹਿੰਦੇ ਆ। ਇਹ ਬੋਲਿਆ ਜਾਂਦਾ। ਹੁਣ ਮੈਂ ਇੱਥੇ ਇਹ ਗੱਲ ਦੱਸੂਗਾ ਵੀ ਇੱਕ ਐਲੀਮੈਂਟ ਹੈ ਉਹ ਦੂਜੇ ਐਲੀਮੈਂਟ ਦੇ ਨਾਲ ਜੁੜ ਕੇ ਕੰਪਾਊਂਡ ਬਣਾਉਂਦਾ। ਉਹ ਜੁੜਦਾ ਕਿਉਂ ਆ, ਇਹ ਕੁਐਸਚਨ ਆ। ਉਹ ਜੁੜਦਾ ਤਾਂ ਹੈ ਕਿਉਂਕਿ ਉਹ ਅਨਸਟੇਬਲ ਹੈ। ਉਹ ਅਨਸਟੇਬਲ ਕਿਉਂ ਹੈ? ਕਿਉਂਕਿ ਉਹਦੇ ਬਾਹਰਲੇ ਸ਼ੈਲ 'ਚ ਜਾਂ 2 ਤੋਂ ਇਲੈਕਟ੍ਰੋਨ ਵੱਧ ਨੇ ਜਾਂ 2 ਤੋਂ ਘੱਟ ਨੇ, ਜਾਂ 8 ਤੋਂ ਵੱਧ ਨੇ ਜਾਂ 8 ਤੋਂ ਘੱਟ ਨੇ। ਜ਼ਿਆਦਾਤਰ ਤਾਂ ਬਾਹਰਲੇ ਸ਼ੈਲ 'ਚ ਇਲੈਕਟ੍ਰੋਨ 8 ਤੋਂ ਘੱਟ ਹੁੰਦੇ ਨੇ। ਤਾਂ ਇਹ ਜਿਹੜਾ ਆਪਣੇ ਕੋਲੇ ਇਲੈਕਟ੍ਰੋਨ ਆ ਗਏ ਡੁਪਲੇਟ ਤੇ ਆਕਟੇਟ ਜਿਨ੍ਹਾਂ ਦਾ ਕੰਪਲੀਟ ਨਹੀਂ ਹੈਗਾ ਉਹ ਅਨਸਟੇਬਲ ਨੇ। ਹੁਣ ਜੇ ਮੈਂ ਕਹਾਂ ਵੀ ਆ ਕਾਰਬਨ ਆ ਤੇ ਇਹਦੇ ਬਾਹਰਲੇ ਸ਼ੈਲ 'ਚ 4 ਇਲੈਕਟ੍ਰੋਨ ਨੇ। ਜੇ 4 ਇਲੈਕਟ੍ਰੋਨ ਨੇ ਤਾਂ ਨਾ ਇਹਦਾ ਡੁਪਲੇਟ ਪੂਰਾ ਹੋਇਆ ਨਾ ਇਹਦਾ ਆਕਟੇਟ ਪੂਰਾ ਹੋਇਆ ਤੇ ਇਹ ਅਨਸਟੇਬਲ ਹੈ। ਫਿਰ ਇਹ ਕਿਸੇ ਨਾਲ ਜਾ ਕੇ ਜੁੜੂਗਾ। ਹੁਣ ਜਿਹਦੇ ਨਾਲ ਜੁੜੂਗਾ ਉਹਦਾ ਵੀ ਨਹੀਂ ਡੁਪਲੇਟ ਪੂਰਾ, ਆਕਟੇਟ ਪੂਰਾ। ਤਾਂ 2 ਅਨਸਟੇਬਲ ਸਪੀਸੀਜ਼ ਜੁੜ ਕੇ ਸਟੇਬਲ ਹੋ ਜਾਂਦੀਆਂ। ਤਾਂ ਇੱਕ ਐਟਮ ਦੂਸਰੇ ਐਟਮ ਨਾਲ ਜੁੜਦਾ, ਇੱਕ ਐਲੀਮੈਂਟ ਦੂਸਰੇ ਐਲੀਮੈਂਟ ਦੇ ਨਾਲ ਜੁੜਦਾ ਕਿਉਂ ਹੈ? ਕਿਉਂਕਿ ਖੁਦ ਉਹ ਅਨਸਟੇਬਲ ਹੈ। ਜੁੜਨ ਤੋਂ ਬਾਅਦ ਉਹ ਕੀ ਹੋ ਜਾਊਗਾ? ਸਟੇਬਲ। ਜੁੜ ਕੇ ਕੀ ਕਰ ਲੂਗਾ? ਆਪਦਾ ਆਕਟੇਟ ਜਾਂ ਆਪਦਾ ਡੁਪਲੇਟ ਕੰਪਲੀਟ ਕਰ ਲੂਗਾ। ਤਾਂ ਇਹ ਜੋੜ ਕੇ ਕਿਸ ਤਰ੍ਹਾਂ ਦੇ ਬੌਂਡ ਬਣਦੇ ਨੇ? ਇਹਦੇ ਸਾਡੇ ਕੋਲੇ 2 ਤਰ੍ਹਾਂ ਦੇ ਬੌਂਡਸ ਆ ਜਾਂਦੇ ਨੇ। ਉਹ 'ਚ ਇੱਕ ਦਾ ਨਾਮ ਆ ਜਾਂਦਾ ਆਇਨਿਕ ਬੌਂਡ ਤੇ ਦੂਸਰੇ ਦਾ ਨਾਮ ਆ ਜਾਂਦਾ ਕੋਵੈਲੈਂਟ ਬੌਂਡ। ਇੱਕ ਵਰਡ ਆ ਗਿਆ ਆਇਨਿਕ ਬੌਂਡ ਤੇ ਦੂਸਰਾ ਵਰਡ ਆ ਗਿਆ ਕੋਵੈਲੈਂਟ ਬੌਂਡ। ਇਹ ਵੀ ਤੁਸੀਂ ਚੰਗੀ ਤਰ੍ਹਾਂ ਜਾਣ ਚੁੱਕੇ ਆ, 9th ਕਲਾਸ 'ਚ ਪੜ੍ਹ ਚੁੱਕੇ ਆ ਵੀ ਆਇਨਿਕ ਬੌਂਡ ਉਹ ਹੁੰਦਾ ਜਿਹੜਾ ਇਲੈਕਟ੍ਰੋਨਾਂ ਦੇ ਟ੍ਰਾਂਸਫਰ ਦੇ ਨਾਲ ਬਣਦਾ। ਇਹ ਆਇਨਿਕ ਬੌਂਡ ਕਿਵੇਂ ਬਣੂਗਾ? ਬਾਈ ਟ੍ਰਾਂਸਫਰ ਆਫ ਇਲੈਕਟ੍ਰੋਨਸ। ਇਹ ਇਲੈਕਟ੍ਰੋਨਾਂ ਦੇ ਟ੍ਰਾਂਸਫਰ ਦੇ ਨਾਲ। ਹੁਣ ਮੈਂ ਆਪਣੀ ਨੌਲੇਜ ਜਿਹੜੀ ਹੈ ਤੁਹਾਡੇ ਤੱਕ ਟ੍ਰਾਂਸਫਰ ਕਰ ਰਿਹਾ ਥਰੂ ਦਿਸ ਇਲੈਕਟ੍ਰੋਨਿਕ ਡਿਵਾਈਸ, ਮੋਬਾਈਲ ਦੇ ਰਾਹੀਂ, ਲੈਪਟਾਪ ਦੇ ਰਾਹੀਂ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਟ੍ਰਾਂਸਫਰ ਹੋ ਰਹੀ ਹੈ। ਜਿਹੜੇ ਬੱਚੇ ਬਾਹਰਲੇ ਦੇਸ਼ 'ਚ ਰਹਿੰਦੇ ਨੇ ਉਹ ਪੈਸੇ ਨੂੰ ਆਪਣੇ ਪੇਰੈਂਟਸ ਤੱਕ ਟ੍ਰਾਂਸਫਰ ਕਰਦੇ ਨੇ। ਤਾਂ ਬੌਂਡ ਬਣਦਾ ਹੈ ਟ੍ਰਾਂਸਫਰ ਦੇ ਨਾਲ। ਇੱਥੇ ਟ੍ਰਾਂਸਫਰ ਕਿਹੜੀ ਚੀਜ਼ ਕਰਨੀ ਹੈ? ਇਲੈਕਟ੍ਰੋਨ। ਇਲੈਕਟ੍ਰੋਨ ਇੱਕ ਦਊਗਾ ਇੱਕ ਲਊਗਾ।
ਇੱਕ ਡੋਨਰ ਹੈ, ਇੱਕ ਐਕਸੈਪਟਰ ਹੈ। ਡੋਨਰ ਉਹ ਹੈ ਜਿਹਦੇ ਕੋਲੇ ਜ਼ਿਆਦਾ ਨੇ, ਐਕਸੈਪਟਰ ਉਹ ਹੈ ਜਿਹਦੇ ਕੋਲੇ ਘੱਟ ਨੇ। ਤਾਂ ਟਰਾਂਸਫਰ ਹੋਈ ਚੀਜ਼ ਨੂੰ ਵਾਪਸ ਨਹੀਂ ਲਿੱਤਾ ਜਾਂਦਾ ਔਰ ਉਹਦੇ ਤੇ ਕੋਈ ਹੱਕ ਨਹੀਂ ਹੁੰਦਾ। ਆਹ ਦੋ ਗੱਲਾਂ ਦਾ ਧਿਆਨ ਰੱਖਿਓ। ਜੇ ਮੈਂ ਆਹ ਮਾਰਕਰ ਤੁਹਾਨੂੰ ਦੇਤਾ, ਹੁਣ ਇਹ ਤੁਹਾਡਾ ਹੋ ਗਿਆ, ਮੇਰਾ ਨਹੀਂ ਹੈਗਾ, ਇਹਨੂੰ ਟਰਾਂਸਫਰ ਕਿਹਾ ਜਾਂਦਾ। ਜਦੋਂ ਕੋਈ ਚੀਜ਼ ਟਰਾਂਸਫਰ ਹੋ ਗਈ ਉਹਦੇ ਤੇ ਆਪਣਾ ਹੱਕ ਨਾ ਹੋਵੇ, ਦੂਸਰੇ ਦੀ ਹੋਵੇ। ਪੈਸਾ ਕਿਸੇ ਨੂੰ ਦੇਤਾ, ਟਰਾਂਸਫਰ ਹੋ ਗਿਆ, ਤਾਂ ਹੁਣ ਉਹਦਾ ਹੀ ਬਣ ਗਿਆ। ਕੋਈ ਵੀ ਚੀਜ਼ ਤੁਸੀਂ ਕਿਸੇ ਨੂੰ ਗਿਫਟ ਕਰਤੀ, ਦੇਤੀ, ਬਸ ਦੇਤੀ ਤਾਂ ਉਹਦੀ ਹੋ ਗਈ, ਆਪਣੀ ਤਾਂ ਉਹਦੇ ਤੇ ਕੋਈ ਹੱਕ ਨਹੀਂ ਨਾ ਰਿਹਾ। ਦੈਟ ਇਜ਼ ਕਾਲਡ ਟਰਾਂਸਫਰ। ਇਹ ਟਰਾਂਸਫਰ ਦੇ ਨਾਲ ਜਿਹੜਾ ਬੌਂਡ ਬਣੂ ਉਹਦਾ ਨਾਮ ਕੀ ਬਣੂਗਾ? ਆਇਨਿਕ ਬੌਂਡ। ਔਰ ਟਰਾਂਸਫਰ ਕਿੰਨੇ ਇਲੈਕਟ੍ਰੋਨ ਹੋ ਸਕਦੇ ਨੇ? ਇੱਕ ਇਲੈਕਟ੍ਰੋਨ ਟਰਾਂਸਫਰ ਹੋ ਸਕਦਾ, ਦੋ ਹੋ ਸਕਦੇ ਨੇ, ਬਸ ਇੱਕ ਜਾਂ ਦੋ ਦੀ ਹੁੰਦਾ, ਤਿੰਨ ਵੀ ਰੇਅਰਲੀ, ਕਿਉਂਕਿ ਜ਼ਿਆਦਾ ਇਲੈਕਟ੍ਰੋਨ ਜਦੋਂ ਟਰਾਂਸਫਰ ਕਰਦੇ ਆ ਉਹ 'ਚ ਜ਼ਿਆਦਾ એનર્ਜੀ ਇਨਵੋਲਵ ਹੋ ਜਾਂਦੀ ਹੈ, ਜਿਹਦੇ ਨਾਲ ਸਿਸਟਮ ਅਨਸਟੇਬਲ ਹੋ ਜਾਂਦਾ। ਜ਼ਿਆਦਾਤਰ ਇੱਕ ਤੋਂ ਵੱਧ ਇਲੈਕਟ੍ਰੋਨ ਟਰਾਂਸਫਰ ਕਰਨਾ ਵੀ ਔਖਾ ਹੋ ਜਾਂਦਾ। ਇੱਕੋ ਹੀ ਇਲੈਕਟ੍ਰੋਨ ਮੋਸਟਲੀ ਟਰਾਂਸਫਰ ਹੁੰਦਾ ਔਰ ਉਹ ਵੀ ਅਲਕਲੀ ਮੈਟਲਸ ਕਰਦੀਆਂ ਨੇ। ਅਲਕਲੀ ਮੈਟਲਸ ਦੇ ਵਿੱਚ ਸਾਡੇ ਕੋਲ ਸੋਡੀਅਮ, ਪੋਟੈਸ਼ੀਅਮ, ਰੂਬੀਡੀਅਮ ਇਹ ਆ ਜਾਂਦੇ ਨੇ। ਇਹ ਇਲੈਕਟ੍ਰੋਨ ਲੂਜ਼ ਕਰ ਦਿੰਦੇ ਨੇ। ਹੈਲੋਜਨਸ ਨੇ FCl, Br, ਉਹ ਇਲੈਕਟ੍ਰੋਨ ਲੈ ਲੈਂਦੇ ਨੇ, ਤਾਂ ਸਾਲਟ ਬਣ ਗਿਆ NaCl, ਉਹ ਸਾਲਟ ਬਣ ਗਿਆ, ਆਇਨੀ ਕੰਪਾਊਂਡ ਬਣ ਗਿਆ। ਇਹ ਚੀਜ਼ ਆਇਨੀ ਕੰਪਾਊਂਡ ਨੂੰ ਰੈਫਰ ਕਰਦੀ ਹੈ। ਤੇ ਦੂਸਰਾ ਵਰਡ ਹੈ ਕੋਵੈਲੈਂਟ ਬੌਂਡ। ਇਹ ਕਿਵੇਂ ਬਣਦਾ? ਬਾਏ ਸ਼ੇਅਰਿੰਗ ਆਫ ਇਲੈਕਟ੍ਰੋਨ, ਬਾਏ ਸ਼ੇਅਰਿੰਗ ਆਫ ਇਲੈਕਟ੍ਰੋਨਸ। ਇਹਦੇ 'ਚ ਇਲੈਕਟ੍ਰੋਨਸ ਸ਼ੇਅਰ ਕੀਤੇ ਜਾਂਦੇ ਨੇ। ਸ਼ੇਅਰਿੰਗ, ਜਦੋਂ ਸ਼ੇਅਰਿੰਗ ਹੋਊਗੀ ਤਾਂ ਉਹਦੇ ਤੇ ਤੁਹਾਡਾ ਹੱਕ ਹੋਊਗਾ। ਜਿਵੇਂ ਦੋ ਬੱਚਿਆਂ ਨੇ ਖਾਣਾ ਸ਼ੇਅਰ ਕਰ ਲਿਆ, ਇੱਕ ਨੇ ਚਾਵਲ ਲੈ ਆਂਦੇ, ਦੂਸਰੇ ਨੇ ਪਰੌਂਠੇ ਲੈ ਆਂਦੇ। ਜਦੋਂ ਦੋਨਾਂ ਨੇ ਇਕੱਠਿਆਂ ਨੇ ਬੈਠ ਕੇ ਖਾਣਾ ਸ਼ੁਰੂ ਕੀਤਾ ਤਾਂ ਹੁਣ ਪਹਿਲੇ ਬੱਚੇ ਤੇ ਦੋਨੇ ਬਾਕਸਿਸ ਦੇ ਉੱਤੇ ਹੱਕ ਹੈ, ਦੂਸਰੇ ਬੱਚੇ ਦਾ ਵੀ ਦੋਨੇ ਬਾਕਸਿਸ ਤੇ ਹੱਕ ਹੈ। ਕੋਈ ਕੁਝ ਵੀ ਖਾ ਸਕਦਾ। ਉਹਨਾਂ ਨੇ ਖਾਣਾ ਸ਼ੇਅਰ ਕਰ ਲਿਆ, ਦੋਨਾਂ ਦੇ ਉੱਤੇ ਬਰਾਬਰੀ ਦਾ ਰਾਈਟ ਹੈ, ਦੋਨਾਂ ਦੇ ਉੱਤੇ ਬਰਾਬਰੀ ਦਾ ਹੱਕ ਹੈ। ਇਹਨੂੰ ਕਿਹਾ ਜਾਂਦਾ ਕੋਵੈਲੈਂਟ ਬੌਂਡ। ਬੌਂਡ ਬਣਨਾ ਰਿਸ਼ਤਾ ਬਣ ਗਿਆ, ਦੋ ਐਟਮਾਂ ਦੇ ਵਿਚਾਲੇ ਇੱਕ ਬੌਂਡ ਬਣ ਗਿਆ। ਉਹ ਉਹਨਾਂ ਨੇ ਇਲੈਕਟ੍ਰੋਨ ਸ਼ੇਅਰ ਕਰਕੇ ਬਣਾਇਆ ਕਿ ਇਲੈਕਟ੍ਰੋਨ ਟਰਾਂਸਫਰ ਕਰਕੇ ਬਣਾਇਆ, ਉਹਨਾਂ ਦੀ ਆਪਣੀ ਕੈਪੈਸਿਟੀ, ਕੈਪੇਬਿਲਿਟੀ ਹੈ। ਤਾਂ ਆਪਾਂ ਨੇ ਕਿਉਂਕਿ ਚੈਪਟਰ ਦਾ ਨਾਮ ਕੀ ਰੱਖਿਆ ਗਿਆ? ਕਾਰਬਨ ਐਂਡ ਇਟਸ ਕੰਪਾਊਂਡਸ, ਤਾਂ ਗੱਲ ਕਾਰਬਨ ਦੀ ਕਰਨੀ ਹੈ। ਤਾਂ ਮੈਂ ਗੱਲ ਕਾਰਬਨ ਦੀ ਕਰਦੇ ਹੋਏ ਇਹ ਕਹੂੰਗਾ ਵੀ ਕਾਰਬਨ ਦੇ ਬਾਹਰ 4 ਇਲੈਕਟ੍ਰੋਨ ਨੇ, ਇਹ 4 ਇਲੈਕਟ੍ਰੋਨ ਲੂਜ਼ ਨਹੀਂ ਕਰ ਸਕਦਾ। 4 ਇਲੈਕਟ੍ਰੋਨ ਲੂਜ਼ ਨਹੀਂ ਹੋ ਸਕਦੇ, ਨਾ ਹੀ 4 ਇਲੈਕਟ੍ਰੋਨ ਇਹ ਗੇਨ ਕਰ ਸਕਦਾ, ਨਾ ਇਹ 4 ਇਲੈਕਟ੍ਰੋਨ ਲੈ ਸਕਦਾ, ਨਾ ਦੇ ਸਕਦਾ। ਕਿਉਂ? ਇਹਦਾ ਕਾਰਨ ਕੀ? ਲਓ ਦੇਖੋ, ਆਹ ਕਾਰਬਨ ਹੈ 6 ਹੈ, ਆਹ ਹੀਲੀਅਮ ਹੈ 2 ਹੈ, ਆਹ ਨਿਓਨ ਹੈ, ਆਹ 10 ਹੈ। ਆਹ ਨੋਬਲ ਗੈਸਿਸ ਨੇ, ਨੋਬਲ ਗੈਸਿਸ। ਤੁਹਾਡੇ ਚੋਂ ਸਾਰਿਆਂ ਨੂੰ ਪਤਾ ਹੋਊ ਤਕਰੀਬਨ ਵੀ ਜਿੰਨੇ ਵੀ ਐਲੀਮੈਂਟ ਨੇ ਉਹਨਾਂ ਚੋਂ ਨੋਬਲ ਗੈਸਿਸ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਸਟੇਬਲ ਨੇ, ਕਿਉਂਕਿ ਉਹਨਾਂ ਦੇ ਬਾਹਰ ਜਾਂ ਤਾਂ ਡੁਪਲੇਟ ਕੰਪਲੀਟ ਹੋ ਰਿਹਾ ਜਾਂ ਆਕਟੇਟ ਕੰਪਲੀਟ ਹੋ ਰਿਹਾ। ਹੀਲੀਅਮ ਐਸ ਕਾਰਬਨ ਤੋਂ ਉੱਪਰ ਪਿਆ, ਨਿਓਨ ਐਸ ਕਾਰਬਨ ਤੋਂ ਨੀਚੇ ਪਿਆ। ਹੁਣ ਜੇ ਕਾਰਬਨ ਹੀਲੀਅਮ ਵਰਗਾ ਬਣਨਾ ਚਾਹੁੰਦਾ ਤਾਂ ਇਹਨੂੰ 4 ਇਲੈਕਟ੍ਰੋਨ ਲੂਜ਼ ਕਰਨੇ ਪੈਣਗੇ। ਜੇ ਕਾਰਬਨ ਨਿਓਨ ਵਰਗਾ ਬਣਨਾ ਚਾਹੁੰਦਾ ਇਹਨੂੰ 4 ਇਲੈਕਟ੍ਰੋਨ ਗੇਨ ਕਰਨੇ ਪੈਣਗੇ। ਤਾਂ ਸੱਚਾਈ ਇਹ ਹੈ, ਐਕਸਪੈਰੀਮੈਂਟਲ ਆਬਜ਼ਰਵੇਸ਼ਨ ਇਹ ਆ, ਟਰੁੱਥ ਇਹ ਹੈ, ਫੈਕਟ ਇਹ ਹੈ ਵੀ ਕਾਰਬਨ ਨਾ 4 ਇਲੈਕਟ੍ਰੋਨ ਲੂਜ਼ ਕਰ ਸਕਦਾ, ਨਾ 4 ਇਲੈਕਟ੍ਰੋਨ ਗੇਨ ਕਰ ਸਕਦਾ। ਰੀਜ਼ਨ, ਇਹਦੇ 'ਚ એનર્ਜੀ ਬਹੁਤ ਹੀ ਇਨਵੋਲਵ ਹੋ ਜੂ। ਜੇ ਉਹ 4 ਲੂਜ਼ ਕਰੂਗਾ ਤਾਂ ਵੀ ਅਨਸਟੇਬਲ ਬਣ ਜੂ, ਜੇ 4 ਗੇਨ ਕਰੂ ਤਾਂ ਵੀ ਅਨਸਟੇਬਲ, ਕਿਉਂਕਿ ਉਹਦੇ 'ਚ એનર્ਜੀ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੋ ਜੂ। ਆਪਾਂ ਨੇ ਕਿਸੇ 'ਚੋਂ ਇਲੈਕਟ੍ਰੋਨ ਬਾਹਰ ਕੱਢਣੇ ਨੇ ਤਾਂ એનર્ਜੀ ਦੇਣੀ ਪਊ, એનર્ਜੀ ਦੇਈ ਚੱਲੋ, ਦੇਈ ਚੱਲੋ, ਉਹ ਚੀਜ਼ ਅਨਸਟੇਬਲ ਹੋ ਜੂ। ਹੁਣ ਜੇ ਉਸਨੇ ਇਲੈਕਟ੍ਰੋਨ ਲੈਣੇ ਸ਼ੁਰੂ ਕਰਤੇ ਤਾਂ ਉਹਦੇ 'ਚ ਰਿਪਲਸ਼ਨਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਅੰਦਰਲੇ ਇਲੈਕਟ੍ਰੋਨ ਬਾਹਰਲੇ ਇਲੈਕਟ੍ਰੋਨ ਨੂੰ ਰਿਪੈਲ ਕਰਨਗੇ, ਤਾਂ ਉਹ ਵੀ ਪੋਸੀਬਿਲਿਟੀ ਨਹੀਂ। ਹੁਣ ਤੁਸੀਂ ਕਿਸੇ ਦੇ ਘਰੇ ਜਾਓ, ਤੁਹਾਨੂੰ ਧੱਕੇ ਮਾਰੇ, ਤੁਸੀਂ ਉਹਦੇ ਘਰੇ ਕੀ ਕਰਨ ਜਾਓਗੇ? ਤੁਸੀਂ ਕਹੋਗੇ ਇਹ ਤਾਂ ਰਿਪੈਲ ਕਰਦਾ, ਤਾਂ ਇੱਕ ਰਿਪਲਸ਼ਨਸ ਦੀ ਪ੍ਰੋਬਲਮ ਆਉਂਦੀ ਆ। ਤਾਂ ਆਹ ਕਾਰਨਾਂ ਕਰਕੇ ਇਲੈਕਟ੍ਰੋਨ ਜਿਹੜਾ ਆਪਣੇ ਕਾਰਬਨ ਆ ਉਹ ਆਇਨਿਕ ਬੌਂਡਸ ਨਹੀਂ ਬਣਾਉਂਦਾ। ਫਿਰ ਉਹ ਕਿਹੜੇ ਬੌਂਡਸ ਬਣਾਉਂਦਾ? ਉਹ ਕੋਵੈਲੈਂਟ ਬੌਂਡਸ ਬਣਾਉਂਦਾ। ਉਹ ਇਲੈਕਟ੍ਰੋਨਾਂ ਨੂੰ ਸ਼ੇਅਰ ਕਰਦਾ ਔਰ ਇਲੈਕਟ੍ਰੋਨਾਂ ਨੂੰ ਸ਼ੇਅਰ ਕਰਕੇ ਬੌਂਡ ਬਣਦਾ। ਹੁਣ ਜੇ ਇੱਕ ਕਾਰਬਨ ਆ, ਇਹਦੇ ਬਾਹਰਲੇ ਪਾਸੇ 4 ਇਲੈਕਟ੍ਰੋਨ ਨੇ, ਇਹ ਚਾਰੇ ਇਲੈਕਟ੍ਰੋਨ ਇੱਕ ਇੱਕ ਕਰਕੇ ਸ਼ੇਅਰ ਕਰ ਸਕਦਾ। ਹੁਣ ਇਹ 4 ਸ਼ੇਅਰ ਕਿਹਦੇ ਨਾਲ ਕਰਦਾ? ਹਾਈਡਰੋਜਨ ਨਾਲ ਕਰਦਾ, ਆਕਸੀਜਨ ਨਾਲ ਕਰਦਾ, ਕਿਹਦੇ ਨਾਲ ਕਰਦਾ? ਜਿਹਦੇ ਨਾਲ ਕਰੂ ਉਹਦੇ ਨਾਲ ਬੌਂਡ ਬਣ ਜੂ ਤੇ ਉਹ ਕੰਪਾਊਂਡ ਦੀ ਫਾਰਮੇਸ਼ਨ ਹੋ ਜੂ। ਤਾਂ ਇਹਦੇ 'ਚ ਇਹ ਦੱਸਿਆ ਗਿਆ ਵੀ ਜਿਹੜਾ ਕਾਰਬਨ ਹੈ ਉਹ ਕਿੰਨੇ ਬੌਂਡ ਬਣਾਉਂਦਾ? ਇੱਕ ਕਾਰਬਨ 4 ਬੌਂਡ ਬਣਾਊਗਾ।
इत्थे मैं लिखूंगा 1 कार्बन इज इक्वल टू 4 बॉन्ड्स। किहड़े बॉन्ड्स? 4 कोवलेंट बॉन्ड्स। कोवलेंट बॉन्ड्स आ गल क्लीयर होगी भी एक कार्बन का एटम 4 कोवलेंट बॉन्ड बनाऊगा। हुण वो 4 कोवलेंट बॉन्ड बनाऊगा, इत्थों एक वर्ड आ गया टेट्रा वैलेंट। जिहड़ा वर्ड लिखे ना टेट्रा मतलब तो 4 हो गया, वैलेंट का मतलब वैलेंसी, वैलेंसी का मतलब यदि कैपेसिटी बॉन्ड बनाने की, तो एक कार्बन की 4 बॉन्ड बनाने की कैपेसिटी है। अपनी खाना खाने की कैपेसिटी है, अपनी खेडन की कैपेसिटी, अपनी पढ़न की कैपेसिटी है। एवं जिवें एक एटम की बॉन्ड बनाने की कैपेसिटी, एक कार्बन वध तो वध 4 बॉन्ड बना सकता, तो यदी कैपेसिटी इन्नी है। हुण वो 4 बॉन्ड बनाऊगे, टेट्रावैलेंट बन गया। वो जिहड़े चारे बॉन्ड जे ने सिंगल चारे दे चारे सिंगल बॉन्ड बनाए, एक एक बॉन्ड बनाया, तो यदी स्ट्रक्चर कुछ इदां दी बनी। इहदे उत्ते थोड़ा जिहा ध्यान देइओ। ਇਹਦੇ ਚ ਤੁਹਾਨੂੰ 3 ਤਰ੍ਹਾਂ ਦੇ मतलब ਲਾਈਨਸ ਮਿਲਣਗੀਆਂ। ਇੱਕ ਤਾਂ ਸਿੰਪਲ ਲਾਈਨਸ ਨੇ, ਆ ਵੀ ਲਾਈਨ ਤੇ ਆ ਵੀ ਲਾਈਨ ਦੋਨੇ ਸਿੰਪਲ ਨੇ। ਆ ਬੋਲਡ ਲਾਈਨ ਆ, ਡਾਟਡ ਲਾਈਨ ਹੈ। ਦੋ ਸਿੰਪਲ ਲਾਈਨਸ ਨੇ, ਇੱਕ ਬੋਲਡ ਲਾਈਨ ਹੈ, ਇੱਕ ਡਾਟਡ ਲਾਈਨ ਹੈ। ਜਿਹੜੀਆਂ ਦੋ ਸਿੰਪਲ ਲਾਈਨਸ ਨੇ ਉਹ ਤਾਂ ਇੱਕ ਪਲੇਨ ਦੇ ਵਿੱਚ ਪਈਆਂ ਨੇ। ਇੱਕ ਬੋਲਡ ਲਾਈਨ ਹੈ ਦੈਟ ਇਜ਼ ਅਬਵ ਦੀ ਪਲੇਨ, ਇੱਕ ਡਾਟਡ ਲਾਈਨ ਹੈ ਦੈਟ ਇਜ਼ ਬਿਲੋ ਦੀ ਪਲੇਨ। आ ब्लैक मार्कर है, आ रैड मार्कर है, आ मेरा हथ है। जे मैं हथ नूं प्लेन मान ला, हुण इत्थे एक क्वेश्चन है भी प्लेन की है? प्लेन की है? प्लेन एक सरफेस है, 2 डायमेंशनल सरफेस नूं प्लेन कह दिंदे ने। तुहाडे घरां दे च शीशा लग्या हो, वो शीशा प्लेन है, वो 2 डायमेंशनल सिस्टम है। आ बोर्ड जिहड़ा तुसीं देख रहे हो 2D प्लेन है। जे अखर ਇਹਦੇ ਚੋਂ ਬਾਹਰ ਆ ਜਾਣ ਤਾਂ 3D ਸਿਸਟਮ ਬਣ ਜਾਊਗਾ। ਤਾਂ ਪਲੇਨ 2 ਡਾਇਮੈਂਸ਼ਨਲ ਸਰਫੇਸ ਨੂੰ ਪਲੇਨ ਕਹਿ ਦਿਆਂਗੇ। ਆਪਣੇ ਘਰ 'ਚ ਲੱਗਿਆ ਹੋਇਆ ਫਰਸ਼ ਪਲੇਨ ਹੈ। ਹੁਣ ਮੈਂ ਫਰਸ਼ ਦੇ ਉੱਤੇ ਖੜਾ ਹੈ, ਮੈਂ ਅਬਵ ਦੀ ਪਲੇਨ ਹੈ। ਇਸ ਫਰਸ਼ ਦੇ ਨੀਚੇ मतलब ਇਹ ਕਲਾਸਰੂਮ ਹੈ, ਇਹਦੇ ਨੀਚੇ ਆਫਿਸ ਹੈ, ਇਦੋਂ ਨੀਚੇ ਵੇਟਿੰਗ ਹਾਲ ਹੈ, ਨੀਚੇ ਜਿਹੜੇ ਨੇ ਉਹ ਬਿਲੋ ਦੀ ਪਲੇਨ ਆ ਗਈ। ਜੇ ਆਪਾਂ ਫਰਸ਼ ਨੂੰ ਪਲੇਨ ਮੰਨ ਲਈਏ ਤਾਂ ਮੈਂ ਅਬਵ ਦੀ ਪਲੇਨ ਹੈ, वेटिंग हाल वाले बिलो दी प्लेन ने, और जिहड़ी चीज़ फर्श दे विच आ गई वो इन दी प्लेन आ गई। हुण एक कार्बन 2 बॉन्ड बनाऊगा प्लेन दे विच, एक बॉन्ड बनाऊगा अबव दी प्लेन, एक बॉन्ड बनाऊगा बिलो दी प्लेन। जे आपां इहनूं देखना शुरू कर दईए एक एंगल तो, तां इहनूं वड्डियां क्लासां च ऐ कहंदे ने भी एक बॉन्ड वो है जिहड़ा ऑबजरवर दे बल नूं आ रहा है, टूवर्ड्स दी ऑबजरवर, वो बोल्ड बॉन्ड है। आ वाला एक बॉन्ड इस तरह का जिहड़ा दूर जा रहा है अवे फ्रॉम दी ऑबजरवर, वो आ डॉटेड बॉन्ड है। आ दोने प्लेन दे विच ने। उन्हां चीज़ां तो आपां अवे वाला टूवर्ड्स वाले तो कुछ नहीं लेना, बस आपने सिर्फ एक गल नूं चेते रखना है। वो गल है भी एक कार्बन 4 बॉन्ड बनाउंदी है, जिन्हां चों 2 तां प्लेन दे विच होणगे, एक प्लेन तो बाहर हो, एक प्लेन दे नीचे हो, एक प्लेन तो अबव हो, एक नीचे बिलो दी प्लेन हो। तो 3 डायमेंशनल सिस्टम के चल जाओ तो यदि 3D स्ट्रक्चर जी है वो तैयार होगी। हुण 3D स्ट्रक्चर बोर्ड पर बन नहीं सकती क्योंकि बोर्ड खुद 2D है। हुण 2D ते 3D च बहुता ना कन्फ्यूज हो। एक एग्जाम्पल दे के मैं आगे चलूँगा। तुसीं किसी दे मैरिज फंक्शन च जाओ, सारी मैरिज अटेंड करो, तो वो तुसीं मैरिज जिहड़ी देखी 3 डायमेंशनल सिस्टम च देख ली, खुद तुसीं उत्थे प्रेजेंट हो, सारे 3D है। मेरी स्ट्रक्चर 3D है, थोड़ी स्ट्रक्चर 3D है। आप जो देख रहे हैं इन्हां अखां दे नालों सारा 3D सानूं दिखाई दे रहा है। उसे ब्याह की मूवी बन के थोड़े घरे आके तुसीं टीवी ते प्ले कर ली, अपनी LCD LED ते चला ली, कंप्यूटर ते चला ली, वो जिहड़ी तुसीं देख रहे हो 2D सिस्टम दे विच आ गया, एक पिक्चर दिखाई देन लग गई, एक प्लेन दे विच वो सिस्टम चलण लग गया, उहनूं 2D कहा जांदा। बस ये 2D ते 3D दे विच फर्क है। इहदे च ज़्यादा कन्फ्यूजन च नहीं जाना क्योंकि साडा मकसद नहीं हैगा। साडा मकसद कार्बन की नेचर नूं जानना है, इहदे बने हुए कंपाउंड्स नूं जानना है। ये जिहड़ा 2D 3D का कंसैप्ट है यह +2 तो भी उपर जाके चल जाता, हायर क्लासिस का कंसैप्ट बन जाता। मैं वापस लैके आऊँगा तुहानूं, ध्यान नाल सुणियो। आ गल्लां सानूं समझ आ गई भी कार्बन दे विच 6 इलैक्ट्रॉन ने, बाहरले शैल च 4 ने,
ਕਾਰਬਨ ਨਾ ਇਲੈਕਟ੍ਰੋਨ ਲਵੇ ਨਾ ਦਵੇ, ਆਇਨਿਕ ਬੌਂਡ ਨਹੀਂ ਬਣਾਉਂਦਾ। ਕਾਰਬਨ ਕਿਹੜੇ ਬੌਂਡ ਬਣਾਉਂਦਾ ਹੈ? ਕੋਵੈਲੈਂਟ ਬੌਂਡ ਬਣਾਉਂਦਾ। ਕਿੰਨੇ ਕੋਵੈਲੈਂਟ ਬੌਂਡ ਬਣਾਉਂਦਾ? 4 ਕੋਵੈਲੈਂਟ ਬੌਂਡ ਬਣਾਉਂਦਾ, ਕਿਉਂਕਿ ਇਹਦੇ ਬਾਹਰਲੀ ਸ਼ੈਲ 'ਚ 4 ਇਲੈਕਟ੍ਰੋਨ ਨੇ। ਜਿੰਨੇ ਬਾਹਰਲੇ ਸ਼ੈਲ 'ਚ ਇਲੈਕਟ੍ਰੋਨ ਨੇ ਉਹ ਓਨੇ ਬੌਂਡਸ ਨਹੀਂ ਬਣਾਉਂਦਾ, ਬਲਕਿ ਆਕਟੇਟ ਜਾਂ ਡੁਪਲੇਟ ਪੂਰਾ ਕਰਨ ਦੇ ਵਾਸਤੇ ਉਹ ਬੌਂਡਸ ਬਣਾਉਂਦਾ। ਜੇ ਕਿਸੇ ਦੇ ਬਾਹਰਲੇ ਸ਼ੈਲ 'ਚ 3 ਇਲੈਕਟ੍ਰੋਨ ਨੇ 3 ਬੌਂਡ ਬਣਾਊਗਾ, ਪਰ ਜੇ ਕਿਸੇ ਦੇ ਬਾਹਰਲੇ ਸ਼ੈਲ 'ਚ 5 ਇਲੈਕਟ੍ਰੋਨ ਨੇ ਤਾਂ 5 ਬੌਂਡ ਨਹੀਂ ਬਣਾਉਂਦਾ। ਜੇ ਬਾਹਰਲੇ ਸ਼ੈਲ 'ਚ 7 ਇਲੈਕਟ੍ਰੋਨ ਨੇ ਤਾਂ 7 ਬੌਂਡ ਨਹੀਂ ਬਣਾਉਂਦਾ। ਉਹ ਬੌਂਡ ਉਹਨੇ ਬਣਾਉ ਜਿੰਨੇ ਨਾਲ ਉਹਦਾ ਆਕਟੇਟ ਪੂਰਾ ਹੋ ਜੇ। ਹੁਣ ਇਸ ਚੀਜ਼ ਨੂੰ ਸਿੱਖਣ ਦੇ ਵਾਸਤੇ ਮੈਂ ਤੁਹਾਡੇ ਸਾਹਮਣੇ ਕੁਝ ਸਟਰਕਚਰਸ ਬਣਾਉਂਗਾ, ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜੂ ਸਿੰਗਲ ਬੌਂਡ ਕਿਹੜਾ, ਡਬਲ ਬੌਂਡ ਕਿਹੜਾ, ਕਿਵੇਂ ਬਣਦੇ ਨੇ। ਧਿਆਨ ਨਾਲ ਚੈੱਕ ਕਰਿਓ ਕੱਲੀ ਕੱਲੀ ਗੱਲ। ਹਾਂਜੀ, ਇੱਥੇ ਬੇਟੇ ਸਾਡੇ ਕੋਲ ਹਾਈਡਰੋਜਨ ਆ ਗਿਆ। ਹਾਈਡਰੋਜਨ ਦੇ ਕੋਲੇ ਇੱਕੋ ਹੀ ਇਲੈਕਟ੍ਰੋਨ ਹੈ, 1 ਇਲੈਕਟ੍ਰੋਨ। ਹਾਈਡਰੋਜਨ ਨੇ ਆਪਦਾ ਇਲੈਕਟ੍ਰੋਨ ਰੱਖ ਲਿਆ, ਆ ਹਾਈਡਰੋਜਨ ਨੇ ਆਪਦਾ ਇਲੈਕਟ੍ਰੋਨ ਰੱਖ ਲਿਆ, ਤੇ ਇੱਥੇ ਇੱਕ ਡਾਟ ਲਾਤਾ ਆਪਾਂ ਨੇ, ਡਾਟ। This represents an electron. 1 electron, 1 dot, 2 dot, 2 electron, 3 dot, 3 electron, 4 dot, 4 electron. आ हाइड्रोजन के कोले एक इलेक्ट्रॉन है, दूजे हाइड्रोजन कोले भी एक है, दोनों अनस्टेबल ने, दोनों ही अनस्टेबल ने। दोनों ने ये बॉन्ड जेडे इलेक्ट्रॉन सी ये दोनों ने शेयर कर लिया। आ दोनों दे कोले इलेक्ट्रॉन जेड़ा शेयर हो गया ते एक बॉन्ड दिखाई देन लग गया, एक लाइन दिखाई देन लगी। कोवलेंट बॉन्ड इज रिप्रेजेंटेड बाय लाइन। ता ये स्ट्रक्चर की दी बन गई, ये स्ट्रक्चर H2 दी बन गई, हाइड्रोजन दी स्ट्रक्चर बन गई। H हाइड्रोजन एटम है, H2 मॉलिक्यूल है। ये मॉलिक्यूल होमो एटॉमिक मॉलिक्यूल है। केड़ा मॉलिक्यूल है? होमो एटॉमिक मॉलिक्यूल, होमो एटॉमिक मॉलिक्यूल। होमो एटॉमिक मॉलिक्यूल वो होंदे ने ਜਿਹੜੇ ਮੋਲੀਕਿਊਲ ਦੇ ਦੋਨੇ ਐਟਮ ਜਾਂ ਸਾਰੇ ਐਟਮ ਇੱਕੋ ਜਿਹੇ ਹੋਣ, ਉਹਨਾਂ ਨੂੰ ਹੋਮੋਐਟੋਮਿਕ ਮੋਲੀਕਿਊਲਸ ਕਿਹਾ ਜਾਂਦਾ। ਮੋਲੀਕਿਊਲ ਵਿੱਚ ਦੋ ਚੀਜ਼ਾਂ ਜੁੜ ਗਈਆਂ, ਦੋ ਚੀਜ਼ਾਂ ਬਣ ਗਈਆਂ। ਹੁਣ ਸ਼ੇਅਰਿੰਗ ਜਿਹੜੀ ਹੋਈ ਆ ਉਹ ਦੱਸਦਾ, ਆ ਦੋਨੇ ਇਲੈਕਟ੍ਰੋਨ ਆ ਹਾਈਡਰੋਜਨ ਦੇ ਬਣ ਗਏ। ਹੁਣ ਜਿਹੜੀ ਆ ਪਹਿਲੀ ਹਾਈਡਰੋਜਨ ਹੈ, ਇਹ ਆਏ ਸਮਝਦੇ ਵੀ ਦੋਨੇ ਇਲੈਕਟ੍ਰੋਨ ਮੇਰੇ ਬਣ ਗਏ, ਤਾਂ ਇਸ ਹਾਈਡਰੋਜਨ ਦਾ ਡੁਪਲੇਟ ਪੂਰਾ ਹੋ ਗਿਆ। ਆ ਉੱਪਰ ਜਿਹੜਾ ਆਪਾਂ ਨੇ ਲਿਖਿਆ ਡੁਪਲੇਟ ਤੇ ਆਕਟੇਟ, ਪਹਿਲਾਂ ਇਹਦੇ ਕੋਲ ਇੱਕ ਇਲੈਕਟ੍ਰੋਨ ਸੀ, ਸਾਂਝ ਪਾਉਣ ਤੋਂ ਬਾਅਦ ਦੋ ਹੋ ਗਏ। ਹੁਣ ਇੱਥੇ ਮੇਰੇ ਕੋਲ ਇੱਕ ਹੋਰ ਪੈਨ, ਉਹ ਵੀ ਮੈਂ ਸ਼ੋਅ ਕਰ ਦਿਆਂ, ਮੈਂ ਗ੍ਰੀਨ ਪੈਨ ਦੇ ਨਾਲ ਸ਼ੋਅ ਕਰਦਾ। ਆ ਹਾਈਡਰੋਜਨ ਨੂੰ ਐ ਲੱਗਦਾ ਵੀ ਆ ਦੋਨੇ ਇਲੈਕਟ੍ਰੋਨ, ਅੱਛਾ ਗ੍ਰੀਨ ਇਹ ਬਲੂ ਹੈ, ਅਸੀਂ ਚਲੋ ਇੱਕ ਬਲੂ ਕਲਰ ਦਾ ਪੈਨ ਆ ਗਿਆ। ਐਸ ਹਾਈਡਰੋਜਨ ਨੂੰ ਲੱਗਦਾ ਦੋਨੇ ਇਲੈਕਟ੍ਰੋਨ ਮੇਰੇ ਨੇ, ਆ ਹਾਈਡਰੋਜਨ ਨੂੰ ਲੱਗਦਾ ਦੋਨੇ ਇਲੈਕਟ੍ਰੋਨ ਮੇਰੇ ਨੇ, ਤਾਂ ਦੋਨਾਂ ਦੇ ਇਲੈਕਟ੍ਰੋਨ ਸ਼ੇਅਰ ਹੋ ਕੇ ਦੋਨਾਂ ਦਾ ਡੁਪਲੇਟ ਪੂਰਾ ਹੋ ਗਿਆ, ਸਟੇਬਲ ਬਣ ਗਿਆ। ਦਿਸ ਇਜ਼ ਦੀ ਸਟਰਕਚਰ ਆਫ H2। ਤਾਂ ਸਟਰਕਚਰ ਦੇ ਵਿੱਚ ਆਪਾਂ ਡਾਟ ਦਿਖਾਏ, ਡਾਟ ਦਾ ਮਤਲਬ ਇਲੈਕਟ੍ਰੋਨ ਤੋਂ। ਕਿਹੜਾ ਬੌਂਡ ਬਣਿਆ ਹੋਇਆ? ਕੋਵੈਲੈਂਟ ਬੌਂਡ ਬਣਿਆ ਹੋਇਆ। ਇਹ ਬੌਂਡ ਸਿੰਗਲ ਲਾਈਨ ਹੈ, ਦਿਸ ਇਜ਼ ਸਿੰਗਲ ਬੌਂਡ। ਜਿਹਦੇ ਵਿੱਚ ਵਾਲੇ ਦੋ ਲਾਈਨਾਂ ਆ ਜਾਂਦੀਆਂ ਤਾਂ ਡਬਲ ਬੌਂਡ ਬਣ ਜਾਂਦਾ। ਉਹ ਕਿਵੇਂ? ਲਓ ਦੇਖੋ, ਉਹਦੇ ਵਿੱਚ ਵੀ ਆਪਾਂ ਦੂਸਰਾ ਸਟਰਕਚਰ ਬਣਾਉਣੇ। ਹੁਣ ਮੇਰੇ ਕੋਲੇ ਆ ਹਾਈਡਰੋਜਨ ਦੀ ਥਾਂ ਤੇ ਮੈਂ ਹੁਣ ਕਿਹਦੀ ਗੱਲ ਕਰੂੰਗਾ? ਮੈਂ ਹੁਣ ਗੱਲ ਕਰੂੰਗਾ ਆਕਸੀਜਨ ਦੀ, O ਦੀ। ਉਹਦੇ ਕੋਲੇ 8 ਇਲੈਕਟ੍ਰੋਨ ਨੇ, 2,6। 2,6 ਦਾ ਮਤਲਬ ਆਕਸੀਜਨ ਦੇ ਬਾਹਰਲੇ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਨੇ? 6। ਪਹਿਲੇ 'ਚ ਤਾਂ 2 ਆ ਗਏ, ਫਿਰ 6 ਆ ਗਏ ਬੇਟੀ, ਇੱਥੇ 2 ਇਲੈਕਟ੍ਰੋਨ ਆ ਗਏ, ਔਰ ਇਹ 6। ਇਹਦਾ ਐਟੋਮਿਕ ਨੰਬਰ 8 ਹੁੰਦਾ। ਹੁਣ ਇਹ ਤਾਂ ਯਾਦ ਰੱਖਣਾ ਪਊਗਾ ਵੀ ਕਿਹੜੇ ਐਟਮ ਦਾ ਕਿੰਨਾ ਐਟੋਮਿਕ ਨੰਬਰ ਆ। ਔਰ ਮੈਂ ਤੁਹਾਨੂੰ ਕਲਾਸ 'ਚ ਦੱਸਿਆ ਵੀ ਪਹਿਲੇ 20 ਐਟਮਾਂ ਦਾ ਤੁਸੀਂ ਐਟੋਮਿਕ ਨੰਬਰ ਯਾਦ ਰੱਖਣਾ। ਤਾਂ ਆਕਸੀਜਨ ਦਾ ਐਟੋਮਿਕ ਨੰਬਰ 8 ਹੈ, ਇਹਦੇ ਕੋਲੇ 8 ਇਲੈਕਟ੍ਰੋਨ ਨੇ, ਪਹਿਲੇ ਸ਼ੈਲ 'ਚ 2 ਨੇ ਤੇ ਦੂਸਰੇ ਸ਼ੈਲ 'ਚ 6 ਨੇ। ਇਹ ਵੀ ਅਨਸਟੇਬਲ ਹੈ ਕਿਉਂਕਿ ਇਹਦਾ ਆਕਟੇਟ ਜਾਂ ਡੁਪਲੇਟ ਪੂਰਾ ਨਹੀਂ ਹੋ ਰਿਹਾ। ਹੁਣ ਇਹਦੇ ਕੋਲ ਜਿਹੜੇ 6 ਇਲੈਕਟ੍ਰੋਨ ਨੇ, ਉਹ ਮੈਂ 6 ਇਲੈਕਟ੍ਰੋਨ ਕਿਵੇਂ ਲਿਖੂੰਗਾ? ਤਾਂ ਦੇਖੋ,
1 2 3 4 5 6 मैं ये 6 डॉट बनाते। आ दूसरी ऑक्सीजन दे विच भी मैं 6 डॉट बना ले। हुण मैं इत्थों इहनूं हटाउणा, आ ऑक्सीजन ते आ ऑक्सीजन ने आपस में 2 बॉन्ड बना ले जी। ध्यान नाल देखियो, जिहड़ा काम ये हो गया हुण ऑक्सीजन के बाहर 6 डॉट सी 2 4 6, आदे बाहर भी 2 4 6, तो दोनों के 6 डॉट रख ले, 2 इलैक्ट्रॉन सांझे कर ले। ਉਹਦਾ की फायदा हो गया, ਜਿਹੜੇ ਸਾਂਝੇ कर ले आ इन्ने इलैक्ट्रॉन ऑक्सीजन के ई से चल गए, ਇਹਦਾ हक बन गया। तो हुण इस ऑक्सीजन के कोले किन्ने इलैक्ट्रॉन हो गए, 2 ते 2 4 ते 2 6 ते 2 8, ਇਹਦਾ ऑक्टेट पूरा हो गया, ये स्टेबल हो गया। सिमिलरली ਜਿਹੜਾ ਸਾਡੇ ਕੋਲੇ ਆਹ ਇੱਕ ਬਣਿਆ ਹੋਇਆ दूसरा ऑक्सीजन है 2 4 6 8, ਉਹਦਾ भी ऑक्टेट पूरा हो गया। तो मैं बेटे ये कहूँगा भी ਜਦੋਂ 2 पार्टनर जुड़ जाते हैं उन्होंने कोले कुछ चीज़ां साझियां होंदियां ने, कुछ अपनी अपनियां होंदियां ने। मैं एक एग्जाम्पल देने लगे, ध्यान नाल सुनियो। 3 टीचर ने फिजिक्स कैमिस्ट्री मैथ के, तिने टीचर ने एक बिल्डिंग साझी ले ली। किन्ने दी ले ली, 3 करोड़ की एक बिल्डिंग ले ली साझी। तिना ने 1-1 करोड़ रुपया पाया, एक बिल्डिंग बना के उस पढ़ाना शुरू करता। हुण जिहड़ी वो बिल्डिंग है वो तिन्नां दी सांझी है, जिहड़ी उहदे चों इनकम होऊगी वो तिन्नां दी सांझी है। पर जे आपां घरे जाके देखांगे, घर तां तिन्नां दे अलग अलग होणगे। किसी का घर वड्डा है, किसी का छोटा, किसी के घर च किहड़ी कार है, किसी के घर च किहड़ी कार है, वो तो उन्हां दा पर्सनल है। किसी का बैंक बैलेंस किन्ना, किसी का किन्ना, वो अलग अलग है। पर एक चीज़ कॉमन होगी, उहदे च सारिआं दा हक है बराबर दा। एवें जिवें इहदे बाहर 6 इलैक्ट्रॉन ने, इन्हां ने आपदे 2-2 इलैक्ट्रॉन सांझे कर लए। 2-2 सांझे करन नाल की हो गया भी इन्हां दा ऑक्टेट पूरा हो गया, अपना अपना ये स्टेबल हो गई। हुण इस ऑक्सीजन दे कोले आपदे कोले 8 इलैक्ट्रॉन बन गए, क्योंकि आ 4 जिहड़े इलैक्ट्रॉन विचाले पए ने, ये 4 इलैक्ट्रॉन उस अकैडमी की तरह ने। इन्हां 4 इलैक्ट्रॉनां दे उत्ते इहदा भी हक है ते इस ऑक्सीजन का भी हक है। जिहड़े आ साइडां दे इलैक्ट्रॉन ने ये पर्सनल ने, ये आपदे आपदे ने। जिहड़ा आ 2 बॉन्ड बन गए, इत्थे नाम देता डबल बॉन्ड। ये डबल बॉन्ड कहूँगा। एक गल याद रखियो भी कोई एक एटम, ये कोई जरूरी नहीं भी डबल बॉन्ड ही बनाओ हमेशा। वो एक ऑक्सीजन का एटम 2 सिंगल बॉन्ड भी बना सकता ते एक डबल बॉन्ड भी बना सकता। 2 सिंगल बॉन्ड किवें बना सकता, उन्होंने मैं हुण एक तीसरी एग्जाम्पल च दसूँगा, उन्होंने सीखियो। वो 2 अलग अलग बॉन्ड किवें बन सकते। आ ऑक्सीजन ने डबल बॉन्ड बना लिया, इस सिंगल बॉन्ड भी बना सकता जे चाहे तो। इस मॉलीक्यूल नूं भी जिहड़ा बन गया O2, दिस वन O2 आ जिहड़ा बन चुकिया, इहनूं भी होमोएटॉमिक मॉलीक्यूल ही कहांगे। होमो मीन सेम, जिहड़े 2 एटम जुड़न वाले ने दोने इक्को जिहे तो होमोएटॉमिक मॉलीक्यूल हो गया। ये दोने सेम दी थां ते डिफरेंट भी हो सकते हैं। किवें? लो देखो एग्जाम्पल। Now we will discuss the example of H2O. H2O पानी की एग्जाम्पल डिस्कस करते हैं आप। पानी की एग्जाम्पल दे विच मैं की कहूँगा, साडे कोले हाइड्रोजन है, इहदे कोले 1 इलैक्ट्रॉन है, हाइड्रोजन इहदे कोले 1 इलैक्ट्रॉन है, 1 डॉट इहदे कोले आ गया, 1 डॉट इहदे कोले आ गया। ऑक्सीजन दे कोले 6 ने, उहदे कोले 6 आ गए। हाइड्रोजन 1 इलैक्ट्रॉन। हाइड्रोजन के कोले 1 है, ऑक्सीजन के कोले 8 सी, 2,6 लिख ले, बन गई, सारा कुछ ठीक। हुण इत्थे स्ट्रक्चर किहो जी बन सकती है, इहनूं मैं इत्थों हटा दियां, तो बेटे उरे आपां ने विचाले रख ली ऑक्सीजन, 1 2 3 4 5 ते 6। इधरले पासे मैं आ हाइड्रोजन बना ली, इधरले पासे मैं एक होर हाइड्रोजन बना ली। थोनू पूरी गल समझ आ जू। हुण जदों तुसीं इहनूं सीखोगे तां की हो जाऊगा, ऑक्सीजन के बाहर 6 इलैक्ट्रॉन ने, 2 4 5 6, अनस्टेबल है क्योंकि बाहरले शैल च 6 ने, इन्हां दे बाहरले शैल च 1 है। हुण
एक इलैक्ट्रॉन इन्हें साझा कर लिया, एक ऑक्सीजन का इलैक्ट्रॉन एक हाइड्रोजन का, दोनों मिल गए तो मिलके आ एक बॉन्ड बन गया। ये दोनों इलैक्ट्रॉन हो गए, डुपलेट पूरा हो गया, डुपलेट डुपलेट हाइड्रोजन का डुपलेट कंप्लीट, दो इलैक्ट्रॉन आ गए, एक सिंगल बॉन्ड बन गया। आ हाइड्रोजन ने ਇਹਦੇ ਨਾਲ बॉन्ड बना लिया, तो जे कोई पूछे ਇਹਦਾ भी डुपलेट पूरा हो गया, आ भी डुपलेट कंप्लीट हो गया। हुण आ ਜਿਹੜੇ इलैक्ट्रॉन ने, जिवें आ इलैक्ट्रॉन है, आ बॉन्ड बन गया, दो इलैक्ट्रॉन इधर आ गए, दो इधर आ गए, दोनों हाइड्रोजन ने एक एक सिंगल सिंगल बॉन्ड ऑक्सीजन नाल बना लिया। जिहड़ी ऑक्सीजन है ਉਹਦੇ ਕੋਲੇ दो दे दो चार ਤਾਂ ਆਪਦੇ ਨੇ, दो इधर साझे कर ले, दो इधर साझे कर ले। हुण ਇਹਦੇ ਚ मैं ਇਹਨੂੰ ਐ ਦਿਖਾਉਂਗਾ ਵੀ ਆ ਜਿਹੜੀ ਆਕਸੀਜਨ ਹੈ ਇਹਦਾ ਆਕਟੇਟ ਪੂਰਾ ਹੋ ਗਿਆ, ਇਹਦਾ ਆਕਟੇਟ ਕੰਪਲੀਟ ਹੋ ਗਿਆ। ਤਾਂ ਮੈਂ ਇੱਥੇ ਇਹ ਡੁਪਲੇਟ ਤੇ ਆਕਟੇਟ ਦੀ ਗੱਲ ਕੀਤੀ ਹੈ। ਗੱਲ ਕਈਆਂ ਨੂੰ ਥੋੜੀ ਜਿਹੀ ਔਖੀ ਲੱਗੂ ਕਿਉਂਕਿ ਨਵੀਂ ਹੈ। ਪਹਿਲੀ ਗੱਲ ਤਾਂ ਇਹ ਵੀ ਐਟਮ ਅਨਸਟੇਬਲ ਹੈ, ਉਹ ਜੁੜੂਗਾ ਸਟੇਬਲ ਹੋਣ ਦੇ ਵਾਸਤੇ। ਕਿਹੜਾ ਐਟਮ ਅਨਸਟੇਬਲ ਹੈ? ਜਿਹਦੇ ਬਾਹਰਲੇ ਸੈੱਲ 'ਚ ਡੁਪਲੇਟ ਤੇ ਆਕਟੇਟ ਪੂਰਾ ਹੈ ਨਹੀਂ, ਉਹ ਅਨਸਟੇਬਲ ਹੈ। जुड़ के वो की करूगा? स्टेबल हो जू, स्टेबल होके की पूरा कर लू, या डुपलेट पूरा कर लू या ऑक्टेट पूरा कर लू। तो एक ऑक्सीजन दे बाहर 6 इलैक्ट्रॉन ने, वो चाहे तो डबल बॉन्ड बना सकती है, वो चाहे तो 2 सिंगल बॉन्ड भी बना सकती है। जिहड़ा आ H2O बन गया, आ वाला H2O, इहनूं असीं हैट्रो एटॉमिक मॉलिक्यूल कह सकते हैं। ਇਹਦਾ ਨਾਮ ਹੈ ਹੈਟਰੋ ਐਟੋਮਿਕ ਮੋਲੀਕਿਊਲ। ਹੈਟਰੋ ਮੀਨਸ ਡਿਫਰੈਂਟ, ਜਿਹਦੇ ਚ ਡਿਫਰੈਂਟ ਐਟਮ ਹੋਣ ਉਹ ਮੋਲੀਕਿਊਲ ਹੈਟਰੋ ਐਟੋਮਿਕ, ਜਿਹਦੇ ਚ ਇੱਕੋ ਜਿਹੇ ਮੋਲੀਕਿਊਲ ਇੱਕੋ ਜਿਹੇ ਐਟਮ ਹੀ ਹੋਣ ਉਹਨੂੰ ਹੋਮੋ ਐਟੋਮਿਕ ਮੋਲੀਕਿਊਲ ਕਿਹਾ ਜਾਂਦਾ। ਤਾਂ ਬੇਟੇ ਇਹ ਤਰੀਕਾ ਦੱਸਿਆ ਵੀ ਐਂ ਜੁੜਦੇ ਨੇ। ਇਹ ਤਰੀਕਾ ਅਲੱਗ-ਅਲੱਗ ਐਲੀਮੈਂਟਾਂ ਨੂੰ ਲੈ ਕੇ ਦੱਸਿਆ, ਪਰ ਸਾਡੀ ਲੋੜ ਤਾਂ ਕਾਰਬਨ ਦੀ ਹੈ ਨਾ। ਤਾਂ ਹੁਣ ਮੈਂ ਕਾਰਬਨ ਦੀ ਗੱਲ ਤੁਹਾਡੇ ਨਾਲ ਕਰਨ ਜਾ ਰਿਹਾ, ਉਹਨੂੰ ਧਿਆਨ ਨਾਲ ਸਮਝਿਓ, ਸਿੱਖਿਓ। ਲਓ ਦੇਖਿਓ, ਇੱਥੇ ਮੇਰੇ ਕੋਲੇ आ जगह पे कार्बन आ गया। आ मैं सारी स्ट्रक्चर में तो हटाना, इनू मैं तो हटाता, इत्थे मैं बनाना, इत्थे मेरे को कार्बन है 6,2,4। आ कार्बन है 1 2 3 4, आपने ਇਹਦੇ ਨਾਲ 4 ਇਲੈਕਟ੍ਰੋਨ ਦਿਖਾਤੇ। ਹਾਈਡਰੋਜਨ ਆ ਉਹਦੇ ਕੋਲ ਇੱਕੋ ਹੀ ਇਲੈਕਟ੍ਰੋਨ ਹੈ, ਹਾਈਡਰੋਜਨ ਕੋਲ ਇੱਕ ਹੋਊਗਾ, ਕਾਰਬਨ ਕੋਲ 4 ਹੋਣਗੇ। ਤਾਂ ਜਿਵੇਂ ਸਿੰਗਲ ਬੌਂਡ ਹੈ, ਐਵੇਂ ਡਬਲ ਬੌਂਡ ਹੈ, ਐਵੇਂ ਟ੍ਰਿਪਲ ਬੌਂਡ ਵੀ ਹੈ। 3 ਬੌਂਡ ਵੀ ਇੱਕ ਐਟਮ ਬਣਾ ਸਕਦਾ ਹੈ, ਪਰ ਟ੍ਰਿਪਲ ਬੌਂਡ ਤੋਂ ਵੱਧ ਨਹੀਂ ਹੈਗੇ, ਟੈਟਰਾ ਬੌਂਡ ਨਹੀਂ ਹੈਗਾ। ਇੱਕ ਕਾਰਬਨ 4 ਬੌਂਡ ਇਕੱਠੇ ਨਹੀਂ ਬਣਾ ਸਕਦਾ। ਇੱਕ ਐਲੀਮੈਂਟ ਦੇ ਨਾਲ 2 ਐਟਮ ਲੈ ਲਓ, ਵਿਚਾਲੇ 4 ਲੈਣਾ ਮਾਰ ਦੋ, ਪੋਸੀਬਲ ਨਹੀਂ ਹੈਗਾ। ਇੰਨੇ ਇਲੈਕਟ੍ਰੋਨ ਇਕੱਠੇ ਹੋ ਜਾਣਗੇ, ਰਿਪਲਸ਼ਨਾਂ ਇੰਨੀਆਂ ਹੋ ਜਾਣਗੀਆਂ, ਉਹ ਮੋਲੀਕਿਊਲ ਅਨਸਟੇਬਲ ਹੋ ਜਾਊਗਾ। 2 ਐਟਮਾਂ ਦੇ ਵਿਚਾਲੇ ਆ 2 ਐਟਮ ਨੇ, ਇਹਨਾਂ ਦੇ ਵਿਚਾਲੇ ਸਿੰਗਲ ਬੌਂਡ ਵੀ ਹੋ ਸਕਦਾ, 2 ਐਟਮਾਂ ਦੇ ਵਿਚਾਲੇ ਡਬਲ ਬੌਂਡ ਵੀ ਹੋ ਸਕਦਾ, 2 ਐਟਮਾਂ ਦੇ ਵਿਚਾਲੇ ਟ੍ਰਿਪਲ ਬੌਂਡ ਵੀ ਹੋ ਸਕਦਾ, ਪਰ ਟ੍ਰਿਪਲ ਬੌਂਡ ਤੋਂ ਵੱਡਾ ਬੌਂਡ ਪੋਸੀਬਲ ਹੀ ਹੈ ਨਹੀਂ। ਇਹਦਾ ਖਿਆਲ ਰੱਖਣਾ ਹੈ। ਰੀਜ਼ਨ, ਇਲੈਕਟ੍ਰੋਨ ਬਾਹਲੇ ਇਕੱਠੇ ਹੋ ਜਾਣਗੇ, ਰਿਪਲਸ਼ਨਾਂ ਵੱਧ ਜਾਣਗੀਆਂ ਤੇ ਮੋਲੀਕਿਊਲ ਅਨਸਟੇਬਲ ਹੋ ਜਾਊਗਾ। ਰਿਪਲਸ਼ਨਾਂ ਕਰਕੇ ਮੋਲੀਕਿਊਲ ਅਨਸਟੇਬਲ ਹੋ ਜਾਂਦਾ, ਧਿਆਨ 'ਚ ਰੱਖਿਓ। ਫਿਰ ਆ ਬੇਟੇ ਹਾਈਡਰੋਜਨ ਦਾ ਕਨਸੈਪਟ ਆ ਗਿਆ। ਆ ਕਾਰਬਨ ਦੇ ਨਾਲ ਹੁਣ ਹਾਈਡਰੋਜਨ ਹੈ, ਹਾਈਡਰੋਜਨ ਕੋਲ 1 ਇਲੈਕਟ੍ਰੋਨ ਹੈ, 1 ਇਲੈਕਟ੍ਰੋਨ ਹੈ, 1 ਇਲੈਕਟ੍ਰੋਨ ਹੈ, 1 ਇਲੈਕਟ੍ਰੋਨ ਹੈ। ਆ ਸਾਰੇ ਹਾਈਡਰੋਜਨਾਂ ਨੇ ਇਹਦੇ ਨਾਲ ਬੌਂਡ ਬਣਾ ਲਿਆ। ਇਹਨੂੰ ਮੈਂ ਉਸੇ ਰੈੱਡ ਪੈਨ ਦੇ ਨਾਲ ਹੀ ਰਿਪਰੈਜ਼ੈਂਟ ਕਰਦੇ ਹਾਂ। ਆ ਬੌਂਡ ਫਾਰਮੇਸ਼ਨ होगी जी, बॉन्ड बन गए, बॉन्ड बन गए, 2 इलैक्ट्रॉन उरे आ गए, 2 उरे आ गए, 2 उरे आ गए, 2 उरे आ गए। चारे ਦੇ ਚਾਰੇ ਹਾਈਡਰੋਜਨਾਂ ਦਾ ਡੁਪਲੇਟ ਕੰਪਲੀਟ ਹੋ ਗਿਆ। ਹੁਣ ਇਹਦੇ ਵਿੱਚ ਜੇ ਆਪਾਂ ਦੇਖੀਏ, आ भी डुपलेट कंप्लीट हो गया, आ भी डुपलेट कंप्लीट हो गया, आ भी डुपलेट कंप्लीट हो गया, आ भी
ਚਾਰੇ ਦੀਆਂ ਚਾਰੇ ਹਾਈਡਰੋਜਨਾਂ ਦੇ 2-2 ਇਲੈਕਟ੍ਰੋਨ ਕੰਪਲੀਟ ਹੋ ਗਏ, ਚਾਰੇ ਦੇ ਚਾਰੇ ਕੋਵੈਲੈਂਟ ਬੌਂਡ ਨੇ। ਜਿਹੜੀ ਕਾਰਬਨ ਹੈ ਉਹਦੇ ਹਿੱਸੇ 'ਚ ਕਿੰਨੇ ਇਲੈਕਟ੍ਰੋਨ ਆ ਗਏ, ਉਹਦੇ ਹਿੱਸੇ 'ਚ ਬੇਟੇ ਆ ਸਾਰੇ ਇਲੈਕਟ੍ਰੋਨ ਆ ਗਏ ਸਾਰੇ। ਇਹਦਾ ਆਪਦਾ ਕੋਈ ਪਰਸਨਲ ਇਲੈਕਟ੍ਰੋਨ ਹੈ ਨਹੀਂ, ਇਹਨੇ ਸਾਰੇ ਸ਼ੇਅਰ ਕਰ ਲਏ, ਤਾਂ ਹੁਣ ਇਹਦੇ ਹਿੱਸੇ 'ਚ 8 ਇਲੈਕਟ੍ਰੋਨ ਆ ਗਏ, 2 4 6 ਤੇ 2 8, ਇਹਦੇ ਕੋਲੇ 8 ਇਲੈਕਟ੍ਰੋਨ ਹੋ ਗਏ। ਇਹ ਵੀ ਸਟੇਬਲ ਹੋ ਗਏ, ਆ ਵੀ ਸਟੇਬਲ ਹੋ ਗਏ, ਹਾਈਡਰੋਜਨਾਂ ਵੀ ਸਟੇਬਲ ਹੋ ਗਈਆਂ, ਕਾਰਬਨ ਵੀ ਸਟੇਬਲ ਹੋ ਗਈ। ਪਹਿਲਾਂ ਹਾइड्रोजन भी अनस्टेबल सी, कार्बन भी अनस्टेबल सी, दो अनस्टेबल चीज़ां आपस में जुड़ के स्टेबल हो जांदियां ने। ये जिहड़ा कंपाउंड बन गया इस स्ट्रक्चर नूं की कहा जांदा है, इस स्ट्रक्चर का नाम है टेट्राहेड्रल स्ट्रक्चर। और जिहड़ा इहदे च थीटा बनदा वो 109 डिग्री 28 मिनट का बनदा, इन्हू बोलते हैं टेट्राहेड्रल बॉन्ड एंगल। टेट्राहेड्रल बॉन्ड एंगल जिवें मैं तुहानूं कहा भी आ मार्कर ने दो, आ जिथे इन्हां दोनों नूं आपां जोड़ता आ जगह ते, आ इत्थे अपने कोले ऑक्सीजन है, इत्थे हाइड्रोजन ने, तो विचाले एक एंगल बन गया। इत्थे कार्बन है साइडां ते हाइड्रोजन है, इत्थे एक एंगल बन गया। तो ये एंगल आ जगह पे आ जिहड़े बॉन्ड्स बन गए, इन्हां दे विचाले आ थीटा बन जाता। ये थीटा इत्थे ही बन सकदा, इत्थे ही बन सकदा, किते भी ये थीटा इन्हां सारिਆਂ चों किते मर्जी बना लो। इस एंगल का नाम टेट्राहेड्रल एंगल ते इस ज्योमेट्री का नाम टेट्राहेड्रल ज्योमेट्री है। ये इंट्रोडक्शन का पार्ट है जिहदे सिर्फ मैं इन्ना क दस्सिया भी कार्बन एक एलीमेंट मोस्ट इंपॉर्टेंट एलीमेंट है। इस दी नेचर की है, ये बाहर 4 इलैक्ट्रॉन ने, कोवलेंट बॉन्ड बनाउंदा। कोवलेंट बॉन्ड्स दे उत्ते स्ट्रेस दिता, कोवलेंट बॉन्ड की हुंदे ने, आयनिक बॉन्ड की हुंदे ने, वो गल्लां दसियां। कार्बन एलीमेंट है, बॉन्ड बनाऊगा, कंपाउंड बनाऊ, उन्हां दा नाम कार्बन एंड इट्स कंपाउंड चैप्टर बन जाऊगा। ते इहदे नाल रिलेटेड आपां डिस्कशन रखनी है। हुण इस लैक्चर तो बाद तुसीं ने एक छोटा जिहा काम करना है, डिफरेंस बिटवीन आयनिक कंपाउंड ते कोवलेंट कंपाउंड दे विचाले की डिफरेंसिस ने, वो आपां ने पढ़ने ने। मैं तुहानूं 6 डिफरेंस उंगलों ते गिनाउण लगे। सब तो पहला आयनिक कंपाउंड ट्रांसफर ऑफ इलैक्ट्रॉन दे नाल बनदे ने ते कोवलेंट शेयरिंग दे नाल। आयनिक कंपाउंड सॉलिड हुंदे ने, कोवलेंट कंपाउंड सॉलिड लिक्विड गैस कुछ भी हो सकते हैं। आयनिक कंपाउंड का मेल्टिंग बॉइलिंग पॉइंट हाई हुंदा है, कोवलेंट का मेल्टिंग बॉइलिंग पॉइंट लो हुंदा है। आयनिक कंपाउंड की कंडक्टिविटी ज़्यादा होंगी है, इलैक्ट्रिकल कंडक्टिविटी कोवलेंट कंपाउंड्स की घट होंगी है। आयनिक कंपाउंड्स दियां जिहड़ियां रिएक्शनस ने बहुत ज़्यादा फास्ट होंदियां ने, कोवलेंट कंपाउंड दियां रिएक्शनस बहुतियां ज़्यादा फास्ट नहीं होंदियां। आयनिक बॉन्ड दे विच प्लस माइनस चार्ज होंदा, कोवलेंट बॉन्ड 'च एक लाइन नाल दर्शाया जाता है। तो साडे कोल ये कुछ डिफरेंसिस ने, ये डिफरेंसिस तुसीं ने पढ़ के अपनी नोटबुक दे उत्ते लिखने ने। एक तो यह होमवर्क आ गया, डिफरेंसिस बिटवीन आयनिक कंपाउंड एंड कोवलेंट कंपाउंड्स। दूजा होमवर्क यह है भी आपां ने कुछ स्ट्रक्चर्स बना के देखनियां ने। एग्जाम्पल के तौर पर जिहड़ियां स्ट्रक्चर्स तुसीं बनाउणियां ने, एक स्ट्रक्चर बनाउणी है तुसीं ने N2 दी, एक स्ट्रक्चर बनाउणी तुसीं ने NH3 दी। आ दो स्ट्रक्चर्स जिहड़ियां ने N2 NH3, ये दो स्ट्रक्चर्स बना के देखो, ये होमोएटॉमिक आजू, ये हेटरोएटॉमिक आजू। तो दोनों दी स्ट्रक्चर तुहानूं पता लगू डबल ट्रिपल सिंगल बॉन्ड की है, किवें बॉन्ड्स बनते हैं, डुपलेट ऑक्टेट की हुंदा, उहदे बारे जानकारी आजू। अज दा वीडियो क्लिप मैं इत्थे स्टॉप करदा। ये वीडियो क्लिप नूं सुनियो, उदों बाद चों मैनूं दसियो भी साडे आ गल्लां मैनूं समझ नहीं आईयां, तां जूम मीटिंग चों सारियां प्रॉब्लम्स तुहाडीआं मैं सॉर्ट आउट करूँगा। थैंक यू वेरी मच, हैव ए नाइस डे।